ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਵੱਲੋਂ ਰੋਜ਼ਾਨਾ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਸ਼ੁੱਕਰਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਭਗਤ ਬਾਣੀ ਵਿੱਚੋਂ ਸ਼ਬਦਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ। ਜੋ ਅੱਜ ਦਾ ਸ਼ਬਦ ਹੈ ਆਪ ਜੀ ਦੀ ਸਕਰੀਨ ਤੇ ਆਪ ਦੇਖ ਸਕਦੇ ਹੋ। ਚਰਨ ਕਮਲ ਜਾਂ ਕੇ ਹਿਰਦੇ ਵਸੇ, ਸੋ ਜਨ ਕਿਉ ਡੋਲੇ ਦੇਵ। ਮਾਨੋ ਸਭ ਸੁਖ ਨੌ ਨਿਧ ਤਾਂਕੈ, ਸਹਿਜ ਸਹਿਜ ਜਸ ਬੋਲੇ ਦੇਵ। ਭਗਤ ਕਬੀਰ ਜੀ ਦਾ ਇਹ ਸ਼ਬਦ ਹੈ, 12ਵਾਂ ਸ਼ਬਦ ਭਗਤ ਕਬੀਰ ਜੀ ਦਾ, ਜੋ ਆਪ ਅੰਕਾਂ ਦੇ ਵੇਰਵੇ ਤੋਂ ਦੇਖ ਰਹੇ ਹੋ। ਸ਼ਬਦ ਦੇ ਕੁੱਲ 2 ਅੰਕ ਹਨ, ਇੱਕ ਰਹਾਉ ਦਾ ਅੰਕ ਹੈ। ਇਸ ਦੀ ਵਿਚਾਰ ਸਾਡਾ ਸਾਂਝੀ ਕਰ ਰਹੇ ਹਨ ਭੈਣ ਜੀ ਮਨਿੰਦਰ ਕੌਰ ਜੀ। ਬੇਨਤੀ ਕਰ ਰਿਹਾ ਹੈ ਭੈਣ ਜੀ, ਆਪ ਜੀ ਕਿਰਪਾ ਕਰੋ ਜੀ, ਅੱਜ ਦੀ ਵਿਚਾਰ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਵੀਰ ਜੀ ਨੇ ਹੁਣੇ ਦੱਸਿਆ ਹੈ, ਸ਼ਬਦ ਚਰਨ ਕਮਲ ਜਾ ਕੇ ਹਿਰਦੇ ਵਸੈ। ਇੱਕ ਵਾਰੀ ਅਸੀਂ ਪੂਰਾ ਸ਼ਬਦ ਪਹਿਲੇ ਪੜਾਂਗੇ। ਚਰਨ ਕਮਲ ਜਾ ਕੇ ਹਿਰਦੇ ਵਸੈ, ਸੋ ਜਨ ਕਿਉ ਡੋਲੇ ਦੇਵ। ਮਾਨੋ ਸਭ ਸੁਖ ਨੌ ਨਿਧ ਤਾਕੈ, ਸਹਿਜ ਸਹਿਜ ਜਸ ਬੋਲੇ ਦੇਵ। ਰਹਾਉ ਤਬ ਇਹ ਮਤ ਜੋ ਸਭ ਮੈਂ ਪੇਖੈ, ਕੁਟਿਲ ਗਾਂਠ ਜਬ ਖੋਲੇ ਦੇਵ। ਬਾਰੰਬਾਰ ਮਾਇਆ ਤੇ ਅਟਕੈ, ਲੈ ਨਰਜਾ ਮਨ ਤੋਲੇ ਦੇਵ। ਜੈ ਉਹ ਜਾਏ ਤਹੀਂ ਸੁਖ ਪਾਵੈ, ਮਾਇਆ ਤਾਸ ਨ ਚੋਲੇ ਦੇਵ। ਕਉ ਕਬੀਰ ਮੇਰਾ ਮਨ ਮਾਨਿਆ, ਰਾਮ ਪ੍ਰੀਤ ਕਿਉ ਲੈ ਦੇਵ। ਕਿਉ ਲੈ ਦੇਵ। ਇਹ ਸ਼ਬਦ ਭਗਤ ਕਬੀਰ ਜੀ ਦਾ ਰਾਗ ਬਿਲਾਵਲ ਵਿੱਚ ਉਚਾਰਨ ਕੀਤਾ ਸ਼ਬਦ ਹੈ, ਜੋ ਕਿ 857 ਅੰਕ ਤੇ ਦਰਜ ਹੈ। ਇਸ ਸ਼ਬਦ ਦਾ ਪਹਿਲਾ ਹੀ ਬੰਦ ਰਹਾਉ ਦਾ ਹੈ। ਚਰਨ ਕਮਲ ਜਾ ਕੇ ਹਿਰਦੈ ਬਸੈ, ਸੋ ਜਨ ਕਿਉ ਡੋਲੇ ਦੇਵ। ਮਾਨੋ ਸਭ ਸੁਖ ਨੌ ਨਿਧ ਤਾਕੈ, ਸਹਿਜ ਸਹਿਜ ਜਸ ਬੋਲੇ ਦੇਵ। ਕਿਉਂ ਡੋਲੇ ਤੋਂ ਭਾਵੈ ਨਹੀਂ ਡੋਲਦਾ, ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ। ਦੇਵ ਪਰਮਾਤਮਾ ਵਾਸਤੇ ਆਇਆ ਹੈ। हे ਪ੍ਰਭੂ, हे ਦੇਵ। ਮਾਨੋ ਪਾਓ ਇਉਂ ਸਮਝ ਲਓ, ਨਿਧ ਦਾ ਭਾਵ ਖਜ਼ਾਨਾ ਹੈ, ਤਾਂ ਕਿ ਉਸਦੇ ਪਾਸ ਹਨ। ਸਹਿਜ ਤੋਂ ਭਾਵ ਸਹਿਜ ਅਵਸਥਾ ਵਿੱਚ, ਜਸ ਵਡਿਆਈ ਜਾਂ ਗੁਣ। हे ਦੇਵ, ਜਿਸ ਮਨੁੱਖ ਦੇ ਹਿਰਦੇ ਵਿੱਚ ਤੇਰੇ ਸੋਹਣੇ ਚਰਨ ਵਸਦੇ ਹਨ, ਉਹ ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ। ਉਹ ਅਡੋਲ ਅਵਸਥਾ ਵਿੱਚ ਟਿਕਿਆ ਰਹਿ ਕੇ ਤੇਰੀ ਸਿਫਤ ਸਲਾਹ ਕਰਦਾ ਹੈ। ਉਸਦੇ ਅੰਦਰ ਮਾਨੋ ਸਾਰੇ ਸੁੱਖ ਅਤੇ ਜਗਤ ਦੇ 9 ਖਜ਼ਾਨੇ ਆ ਜਾਂਦੇ ਹਨ। ਹੁਣ ਕਬੀਰ ਸਾਹਿਬ ਜੀ ਇਹਨਾਂ ਪੰਕਤੀਆਂ ਵਿੱਚ ਸਟੇਟਮੈਂਟ ਦੇ ਰਹੇ ਹਨ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਮਾਲਕ ਜੀ ਦੇ ਕਵਲ ਦੇ ਫੁੱਲ ਵਰਗੇ ਚਰਨ ਵਸ ਜਾਣ, ਫਿਰ ਉਹ ਡੋਲਦਾ ਨਹੀਂ ਹੈ। ਇਸ ਤਰ੍ਹਾਂ ਸਮਝੋ ਜਿਵੇਂ ਉਸਨੂੰ ਸਾਰੇ ਤਰ੍ਹਾਂ ਦੇ ਸੁੱਖ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ, 9 ਤਰ੍ਹਾਂ ਦੇ ਖਜ਼ਾਨੇ ਪ੍ਰਾਪਤ ਹੋ ਗਏ। ਫਿਰ ਉਹ ਜ਼ਿੰਦਗੀ ਵਿੱਚ ਸਹਿਜ ਨਾਲ ਸਹਿਜ ਸਹਿਜ ਜਸ ਬੋਲੇ ਦੇਵ, ਸਹਿਜੇ ਸਹਿਜੇ ਮਾਲਕ ਜੀ ਦੇ ਗੁਣ ਗਾਉਂਦਾ ਰਹਿੰਦਾ ਹੈ ਅਤੇ ਆਪ ਵੀ ਸਹਿਜ ਅਵਸਥਾ ਵਿੱਚ ਹੀ ਰਹਿੰਦਾ ਹੈ, ਸਹਿਜ ਵਿੱਚ ਹੀ ਆਪਣਾ ਜੀਵਨ ਜਿਉਂਦਾ ਹੈ। ਤੇ ਸਭ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਕਬੀਰ ਜੀ ਚਰਨ ਕਮਲ ਦੀ ਗੱਲ ਕਰ ਰਹੇ ਹਨ,
ਪਰ ਰੱਬ ਜੀ ਦਾ ਤੇ ਕੋਈ ਫਿਜ਼ੀਕਲ ਆਕਾਰ ਹੀ ਨਹੀਂ ਹੈ। ਤੇ ਫਿਰ ਰੱਬ ਜੀ ਨੂੰ ਤਾਂ ਬਾਣੀ ਵਿੱਚ ਕਿਹਾ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਤੇ ਉਹ ਕਿਸੇ ਫਿਜ਼ੀਕਲ ਆਕਾਰ ਵਿੱਚ ਨਹੀਂ ਹਨ। ਤੇ ਜੇ ਫਿਜ਼ੀਕਲ ਆਕਾਰ ਨਹੀਂ ਹੈ ਤੇ ਫਿਰ ਉਹਨਾਂ ਦੇ ਚਰਨ ਕਿਹੜੇ ਹਨ? ਇਸ ਦਾ ਅਸੀਂ ਪਤਾ ਬਾਣੀ ਵਿੱਚੋਂ ਹੀ ਕਰਾਂਗੇ ਕਿ ਗੁਰੂ ਦੇ, ਰੱਬ ਦੇ ਚਰਨ ਕਿਹੜੇ ਹਨ। ਹਿਰਦੇ ਚਰਨ ਸ਼ਬਦ, सतगुर के हृदय चरण शब्द सतगुर को नानक बांधियो पाल। गुरु ਦਾ ਸ਼ਬਦ ਹੀ ਗੁਰੂ ਦੇ ਚਰਨ ਹਨ। ਜੇ ਹਿਰਦੇ ਵਿੱਚ ਵਸ ਜਾਣ ਫਿਰ ਮਨ ਕਦੀ ਡੋਲਦਾ ਨਹੀਂ ਹੈ। ਤੇ ਇਸ ਦੇ ਦੋ ਪੱਖ ਹਨ। ਬਾਣੀ ਵਿੱਚ ਕਿਹਾ, ਇੱਕ ਤਾਂ ਜਿਹੋ ਜਿਹਾ ਸੇਵਾਂਗੇ ਉਹ ਜੇ ਆਪ ਬਣ ਜਾਵਾਂਗੇ, ਉਸ ਤਰ੍ਹਾਂ ਦਾ ਜੀਵਨ ਬਣ ਜਾਏਗਾ। ਰੱਬ ਜੀ ਜਿਹੜੇ ਆਪ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹਨ, ਉਹ ਆਪ ਡੋਲਦੇ ਨਹੀਂ ਹਨ, ਫਿਰ ਸਾਡਾ ਮਨ ਵੀ ਨਹੀਂ ਡੋਲੇਗਾ। ਕਬੀਰ ਜੀ ਨੇ ਇਸ ਨੂੰ ਬਾਣੀ ਵਿੱਚ ਕਿਹਾ, ਤੇਰਾ ਕੋਈ ਜਨ ਹੋਵੇ ਤੇ ਸਹੀ, ਜੇ ਤੇਰਾ ਜਨ ਬਣਨ ਦੀ ਜਾਚ ਆ ਜਾਏ ਫਿਰ ਤੇਰਾ ਜਨ ਡੋਲਦਾ ਨਹੀਂ ਹੈ। ਤੇਰੋ ਜਨ ਹੋਏ ਸੋਈ ਕਤ ਡੋਲੇ, तीन भवन पर छाजा, हाथ पसार सके को जन को, बोल सके न अंदाजा। तेरे जन बन जाइए, तेरे सेवक बन जाइए, फिर तेरे सेवक दे जीवन दा डोलना मुक जांदा है। एक जगह इस तरह भी किया, तू मेरो मेर पर्वत है स्वामी, ओट गई मैं तेरी, ना तुम डोलो ना हम गिरते, रख लीनी हर मेरी। रब जी तुसी मेरू पर्वत वर्गे हो, सब तो ਉੱਚਾ ਪਹਾੜ। ਪਰਬਤ ਕਦੀ ਡੋਲਦੇ ਨਹੀਂ ਹਨ। ਤੇ ਜੇ ਮੈਂ ਤੁਹਾਡੇ ਨਾਲ ਜੁੜ ਜਾਵਾਂ ਤੇ ਤੁਹਾਡੀ ਓਟ ਲੈ ਲਵਾਂ, ਫਿਰ ਨਾ ਤੁਮ ਡੋਲੋ ਨਾ ਹਮ ਗਿਰਤੇ, ਫਿਰ ਜੀਵਨ ਵਿੱਚ ਕੋਈ ਕਾਣ ਕਿਸੇ ਤਰ੍ਹਾਂ ਦੀ ਮੁਹਤਾਜੀ ਕਿਵੇਂ ਰਹਿ ਸਕਦੀ ਹੈ। ਇਸ ਨੂੰ ਜੇ ਅਸੀਂ ਪ੍ਰੈਕਟੀਕਲ ਜੀਵਨ ਵਿੱਚ ਦੇਖੀਏ ਤੇ ਬੰਦਾ ਘਬਰਾਉਂਦਾ ਕਦੋਂ ਹੈ? ਜਦੋਂ ਉਸਦੇ ਜੀਵਨ ਵਿੱਚ ਕੋਈ ਵਾਧੇ ਘਾਟੇ ਵਾਪਰਦੇ ਹਨ। ਸਮਾਜਿਕ ਤੌਰ ਤੇ, ਪਰਿਵਾਰਕ ਤੌਰ ਤੇ ਕੋਈ ਚੀਜ਼ ਖੁੱਸਣ ਦਾ ਡਰ ਜੋ ਅਤ ਪਿਆਰੀ ਹੈ, ਰਿਸ਼ਤਿਆਂ ਦੇ ਤੌਰ ਤੇ ਮਾਇਕ ਪਦਾਰਥਾਂ ਦੇ ਰੂਪ ਵਿੱਚ ਜਿਹੜੀ ਸਾਡੇ ਨਾਲ ਜੁੜੀ ਹੁੰਦੀ ਹੈ, ਉਸ ਨਾਲ ਜੁੜ ਜਾਣਾ, ਜਿਸ ਨੂੰ ਬਾਣੀ ਵਿੱਚ ਮੋਹ ਕਿਹਾ ਹੈ। ਸਤਿਗੁਰ ਜੀ ਇਸ ਮੋਹ ਤੋਂ ਉੱਪਰ ਲੈ ਕੇ ਜਾਂਦੇ ਹਨ। ਉਹ ਜੀਵਨ ਵਿੱਚ ਜੀਵਨ ਦੀ ਅਸਲੀਅਤ ਦੱਸਦੇ ਹਨ ਕਿ ਮਨੁੱਖ ਨਾ ਤੂੰ ਕੁਝ ਲੈ ਕੇ ਆਇਆ ਸੀ ਤੇ ਨਾ ਹੀ ਕੁਝ ਲੈ ਕੇ ਜਾਣਾ ਹੈ। ਜੇ ਲੈ ਕੇ ਕੁਝ ਆਏ ਹੀ ਨਹੀਂ, ਮਾਲਕ ਦੀ ਬਖਸ਼ਿਸ਼ ਨਾਲ ਜੋ ਕੁਝ ਇੱਥੇ ਮਿਲਿਆ ਹੈ, ਇੱਥੇ ਹੀ ਮਾਲਕ ਜੀ ਦੀ ਮਰਜ਼ੀ ਨਾਲ ਮਿਲਿਆ ਹੈ, ਉਸ ਪ੍ਰਤੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਜੇ ਮਾਲਕ ਉਹ ਚੀਜ਼ ਵਾਪਸ ਲੈ ਲੈਂਦਾ ਹੈ, ਉਹ ਸਾਡੇ ਤੋਂ ਦੂਰ ਹੋ ਜਾਂਦੀ ਹੈ, ਫਿਰ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਇੱਕ ਤਾਂ ਨਾਲ ਲੈ ਕੇ ਨਹੀਂ ਆਏ ਸੀ ਤੇ ਦੂਜਾ ਜਿਹਨੇ ਉਹ ਦਿੱਤੀ ਹੈ ਉਹ ਬੇਅੰਤ ਸਵਾਮੀ ਹੈ, ਮਾਲਕ ਹੈ, ਫਿਰ ਵੀ ਦੇ ਸਕਦਾ ਹੈ। ਹੋ ਸਕਦਾ ਹੈ ਉਸਨੇ ਉਸ ਤੋਂ ਵੱਡਾ ਕੁਝ ਦੇਣਾ ਹੋਵੇਗਾ। ਇਸ ਗੱਲ ਦਾ ਜਦੋਂ ਜੀਵਨ ਵਿੱਚ ਯਕੀਨ ਬਣ ਜਾਂਦਾ ਹੈ, ਫਿਰ ਡੋਲਦੇ ਨਹੀਂ ਹਾਂ, ਕਿਉਂਕਿ ਅਸੀਂ ਸੰਸਾਰਕ ਪਰਿਵਾਰਕ ਜੀਵਨ ਜਿਉਂਦੇ ਹੋਏ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਅਟੈਚ ਹੋ ਜਾਂਦੇ ਹਾਂ। ਸਤਿਗੁਰ ਜੀ ਦੀ ਬਾਣੀ ਇਹਨਾਂ ਮਾਇਕ ਪਦਾਰਥਾਂ ਤੋਂ, ਮਾਇਕ ਸੰਸਾਰ ਤੋਂ ਤੋੜਦੀ ਹੈ। ਇਸ ਨੂੰ ਹੀ ਨੌਵੇਂ ਪਾਤਸ਼ਾਹ ਨੇ ਕਿਹਾ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਨੈ ਨਿੰਦਿਆ ਨੈ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਦੁੱਖਾਂ ਸੋਗਾਂ ਤੋਂ ਮਾਲਕ ਜੀ ਉੱਤੇ ਚੁੱਕ ਲੈਂਦੇ ਹਨ, ਕਿਉਂਕਿ ਜੀਵਨ ਕਦੀ ਵੀ ਦੁੱਖਾਂ ਸੁੱਖਾਂ ਤੋਂ, ਵਾਧੇ ਘਾਟੇ ਤੋਂ ਬਿਨਾਂ ਨਹੀਂ ਹੋ ਸਕਦਾ। ਵਾਧੇ ਘਾਟੇ ਵਾਪਰਨਗੇ, ਪਰ ਤੈਨੂੰ
ਇਹਨਾਂ ਵਿੱਚ ਹੀ ਟਿਕਾ ਵਿੱਚ ਰਹਿਣ ਦੀ ਜਾਚ ਆ ਜਾਏਗੀ, ਆਦਤ ਬਣ ਜਾਏਗੀ। ਸਭ ਤੋਂ ਵੱਡਾ ਮਸਲਾ ਹੈ ਕਿ ਮਨ ਡੋਲਦਾ ਕਿਉਂ ਹੈ। ਉਸ ਬਾਬਤ ਸਤਿਗੁਰੂ ਜੀ ਨੇ ਕਿਹਾ, ਆਸਾ ਮਹਿਲਾ ਪੰਜਵਾਂ ਵਿੱਚ ਫਰਮਾਇਆ ਹੈ, ਡੀਗਨ ਡੋਲਾ ਤੋ ਲਓ ਜੋ ਮਨ ਕੇ ਪਰਮਾ, ਭ੍ਰਮ ਕਾਟੇ ਗੁਰ ਆਪਨੇ ਪਾਏ ਵਿਸ਼ਰਾਮਾ। ਇਹ ਡਾਵਾਂਡੋਲ ਦਾ ਸੁਭਾਅ ਕਿਉਂ ਹੈ? ਕਿਉਂਕਿ ਮੋਹ ਵਿੱਚ ਫਸੇ ਹੋਏ ਹਾਂ। ਗੁਰੂ ਜਿਸ ਦੀਆਂ ਭਟਕਣਾ ਦੂਰ ਕਰ ਦਿੰਦਾ ਹੈ, ਫਿਰ ਉਸਦੀ ਭਟਕਣਾ ਵੀ ਮੁੱਕ ਜਾਂਦੀ ਹੈ। ਭਾਵ ਉਹ ਮਾਨਸਿਕ ਟਿਕਾਅ ਵਿੱਚ ਆ ਜਾਂਦਾ ਹੈ। ਕਬਹੂ ਜਿਹੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਇਹ ਵਾਲਾ ਸੁਭਾਅ ਕਿਉਂ ਹੈ? ਕਿਉਂਕਿ ਉਸਦੇ ਮੋਹ ਵਿੱਚ ਫਸੇ ਹੋਏ ਹਾਂ। ਸਤਿਗੁਰੂ ਜੀ ਕਹਿੰਦੇ ਹਨ, ਜਦ ਤੱਕ ਮਨ ਮਾਇਆ ਦੀ ਖਾਤਰ ਦੌੜ ਭੱਜ ਕਰਦਾ ਹੀ ਰਹੇਗਾ, ਇਹਦੇ ਮਨ ਵਿੱਚ ਭਰਮ ਬਣੇ ਹੀ ਰਹਿਣਗੇ। ਭ੍ਰਮ ਕਾਟੇ ਗੁਰ ਆਪਣੇ ਪਾਏ ਵਿਸਰਾਮਾ। ਗੁਰੂ ਇਹ ਭਰਮ ਕੱਟ ਕੇ ਟਿਕਾ ਬਖਸ਼ਿਸ਼ ਕਰਦਾ ਹੈ, ਆਪਣੇ ਨਾਲ ਜੋੜ ਲੈਂਦਾ ਹੈ, ਜੀਵਨ ਦੀ ਭਟਕਣਾ ਖਤਮ ਕਰ ਦਿੰਦਾ ਹੈ। ਉਸੇ ਸ਼ਬਦ ਵਿੱਚ ਸਤਿਗੁਰੂ ਜੀ ਅੱਗੇ ਕਹਿੰਦੇ ਹਨ, ਓਏ ਬਿਖਾਦੀ ਦੋਖੀਆ ਤੇ ਗੁਰ ਤੇ ਹੂਟੇ, ਹਮ ਛੂਟੇ ਅਬ ਉਹਨਾਂ ਤੇ, ਓਏ ਹਮ ਤੇ ਛੂਟੇ। ਬੰਦਾ ਜਿੰਨਾ ਵੀ ਵਿਕਾਰਾਂ ਵਿੱਚ ਫਸਿਆ ਹੋਵੇ, ਗਲਤਾਨ ਹੋਵੇ, ਗੁਰੂ ਦੀ ਸ਼ਰਨ ਵਿੱਚ ਆ ਜਾਏ, ਫਿਰ ਇਹਨਾਂ ਮਾਇਆ ਦੇ ਬੰਧਨਾਂ ਤੋਂ, ਇਹਨਾਂ ਵਿਕਾਰਾਂ, ਔਗਣਾਂ ਵਾਲੀ ਜੰਜੀਰਾਂ ਤੋਂ ਬੰਦਾ ਛੁੱਟ ਜਾਂਦਾ ਹੈ। ਇਸੇ ਗੱਲ ਨੂੰ ਕਬੀਰ ਸਾਹਿਬ ਜੀ ਸ਼ਬਦ ਰਾਹੀਂ ਸਮਝਾ ਰਹੇ ਹਨ। ਕਹਿੰਦੇ ਹਨ, ਚਰਨ ਕਮਲ ਜਾ ਕੇ ਹਿਰਦੈ ਵਸੈ, ਸੋ ਜਨ ਕਿਉ ਡੋਲੇ ਦੇਵ, ਮਾਨੋ ਸਭ ਸੁਖ ਨੌਨਿਧ ਤਾਕੈ, ਸਹਿਜ ਸਹਿਜ ਜਸ ਬੋਲੇ ਦੇਵ। ਸਤਿਗੁਰੂ ਜੀ ਨੇ ਆਸਾ ਰਾਗ ਵਿੱਚ ਵੀ ਕਿਹਾ, ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਮਾਲਕ ਕੋਲ ਤੇ ਸਾਰੇ ਤਰ੍ਹਾਂ ਦੇ ਖਜ਼ਾਨੇ ਉਸਦੀ ਤਲੀ ਤੇ ਪਏ ਹਨ। ਅਸੀਂ ਇੱਕ ਵਾਰ ਜੁੜੀਏ ਤਾਂ ਸਹੀ। ਗੁਰੂ ਜੀ ਫਰਮਾਉਂਦੇ ਹਨ, ਪਾਈਨ ਸਭ ਨਿਧਾਨ ਤੇਰੇ ਰੰਗ ਰਤਿਆਂ। ਜਿਹੜਾ ਤੇਰੇ ਰੰਗ ਵਿੱਚ ਰਤਿਆ ਜਾਵੇ, ਉਸ ਕੋਲ ਮਾਨੋ ਸਾਰੇ ਖਜ਼ਾਨੇ, ਸਾਰੇ ਨਿਧਾਨ ਆ ਗਏ। ਕਿਸ ਤਰ੍ਹਾਂ? ਨਾ ਹੋਵੀ ਪਛੋਤਾਓ ਤੁਧ ਨੋ ਜਪਤਿਆਂ। ਤੇਰੀ ਭਗਤੀ ਕਰਨੀ ਆ ਜਾਏ, ਜਪਣਾ ਆ ਜਾਏ, ਫਿਰ ਪਛਤਾਵਾ ਥੋੜੀ ਹੁੰਦਾ ਹੈ, ਫਿਰ ਭਟਕਣਾ ਨਹੀਂ ਹੁੰਦੀ। ਪਹੁੰਚ ਨਾ ਸਕੇ ਕੋਏ ਤੇਰੀ ਟੇਕ ਜਨ। ਜਿਸ ਮਨੁੱਖ ਨੇ ਤੇਰੀ ਟੇਕ, ਤੇਰਾ ਆਸਰਾ ਲੈ ਲਿਆ, ਉਸ ਤੱਕ ਫਿਰ ਇਹ ਵਿਕਾਰ ਪਹੁੰਚ ਹੀ ਨਹੀਂ ਸਕਦੇ। ਜਿਸ ਨੂੰ ਬਾਣੀ ਵਿੱਚ ਕਿਹਾ, ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁਖ ਲਗੇ ਨਾ ਪਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵ ਲਾਈ। ਪੂਰਾ ਸ਼ਬਦ ਹੀ ਇਹ ਸੇਧ ਦਿੰਦਾ ਹੈ ਕਿ ਜਿਸ ਤੇ ਪਰਮਾਤਮਾ ਦੀ ਕਿਰਪਾ ਹੋ ਜਾਏ, ਫਿਰ ਪ੍ਰਭੂ ਉਸ ਦਾ ਸਦਾ ਸਹਾਈ ਹੁੰਦਾ ਹੈ। ਗੁਰ ਪੈ ਸਿਫਤ ਭੰਡਾਰ ਕਰਮੀ ਪਾਈਐ, ਸਤਿਗੁਰ ਨਦਰ ਨਿਹਾਲ ਬਹੁੜ ਨਾ ਤਾਈਐ। ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਾਂ, ਫਿਰ ਨਾ ਜੀਵਨ ਵਿੱਚ ਪਛਤਾਵਾ ਹੁੰਦਾ ਹੈ, ਨਾ ਪਛਤਾਵਾ ਰਹਿੰਦਾ ਹੈ, ਨਾ ਹੀ ਜੀਵਨ ਵਿੱਚ ਕਿਸੇ ਚੀਜ਼ ਦੀ ਕਮੀ ਰਹਿੰਦੀ ਹੈ। ਕਿਉਂਕਿ ਸੰਸਾਰਕ ਪਦਾਰਥ ਤੇ ਵਾਧੇ ਘਾਟੇ ਵਾਲੀ ਜੋ ਚੀਜ਼ ਹੈ, ਉਹ ਜੀਵਨ ਚੋਂ ਨਿਕਲ ਜਾਂਦੀ ਹੈ। ਜਿੱਥੇ ਹਰ ਵਕਤ ਮਨ ਲੋਭ ਵਿੱਚ ਭਟਕਦਾ ਪਿਆ ਸੀ, ਹੋਰ ਪਾਉਣ ਦੀ ਚਾਹ ਪਿੱਛੇ ਭਟਕਦਾ ਫਿਰਦਾ ਸੀ, ਫਿਰ ਉਹੀ ਮਨ ਸੰਤੋਖ ਵਿੱਚ ਆ ਜਾਂਦਾ ਹੈ। ਉਸ ਨੂੰ ਲੱਗਦਾ ਹੈ ਮਾਲਕ ਜਿਤਨਾ ਬਖਸ਼ਿਆ ਹੈ, ਉਹ ਲੋੜ ਤੋਂ ਕਿਤੇ ਵੱਧ ਹੈ। ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੈ ਚੜੈ ਸਵਾਇਆ। ਤੂੰ ਇਤਨੀ ਬਖਸ਼ਿਸ਼ ਕਰ ਰਿਹਾ ਹੈ ਕਿ ਜਿਹੜੀ ਲੋੜ ਤੋਂ ਵੀ ਕਿਤੇ ਵੱਧ ਹੈ। ਤੇਰੇ ਤੇ ਇਤਨਾ ਯਕੀਨ ਬਣ ਜਾਂਦਾ ਹੈ ਕਿ ਬੰਦਾ ਕਿਸੇ ਹੋਰ ਦੀ ਮੁਹਤਾਜੀ ਕੱਟਦਾ ਹੀ ਨਹੀਂ। ਜਿਸ ਨੂੰ ਕਬੀਰ ਸਾਹਿਬ ਜੀ ਨੇ ਕਿਹਾ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ, ਹਮ ਕਾਹੂ ਕੀ ਕਾਣ ਨ ਕਰਤੇ, ਆਪਣੇ ਗੁਰ ਪ੍ਰਸਾਦੇ।
ਕਾਣ ਤਾਂ ਉੱਥੇ ਹੈ ਜਿੱਥੇ ਡਰ ਹੈ, ਜਿੱਥੇ ਲਾਲਚ ਹੈ। ਮੈਂ ਤਾਂ ਡਰ ਤੋਂ, ਲਾਲਚ ਤੋਂ ਪਰੇ ਹੋ ਗਿਆ, ਕਿਉਂਕਿ ਮੇਰਾ ਮਾਲਕ ਮੇਰੇ ਨਾਲ ਹੈ। ਮਾਲਕ ਨਾਲ ਹੈ, ਫਿਰ ਡਰ ਕਿਸ ਗੱਲ ਦਾ, ਫਿਰ ਲਾਲਚ ਕਿਸ ਗੱਲ ਦਾ, ਉਹ ਆਪੇ ਵੇਖ ਲਏਗਾ। ਪਿਤਾ ਦੇ ਹੁੰਦੇ ਬੱਚਾ ਨਾ ਡਰਦਾ ਹੈ ਤੇ ਨਾ ਹੀ ਉਸਦੇ ਅੰਦਰ ਭੁੱਖ ਹੁੰਦੀ ਹੈ, ਕਿਉਂਕਿ ਉਸਨੂੰ ਪਤਾ ਹੈ ਕਿ ਮੇਰੀ ਲੋੜ ਦੀ ਪੂਰਤੀ ਮੇਰੇ ਮਾਤਾ ਪਿਤਾ ਨੇ ਕਰ ਦੇਣੀ ਹੈ। ਸਾਡੇ ਜੀਵਨ ਦਾ ਦੁਖਾਂਤ ਇਹ ਹੈ ਕਿ ਮਾਲਕ ਜੀ ਨੂੰ ਆਪਣੇ ਮਾਤਾ ਪਿਤਾ ਦੇ ਰੂਪ ਵਿੱਚ ਮੰਨਿਆ ਹੀ ਨਹੀਂ, ਪੜ੍ਹ ਤੇ ਲਿਆ ਪਰ ਅਸੀਂ ਉਹਨੂੰ ਮੰਨਿਆ ਨਹੀਂ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕੇਹਾ ਕਾੜਾ ਜਿਉ। ਪਰ ਜੀਵਿਆ ਕਦੋਂ? ਜੇ ਪਿਓ ਮੰਨਿਆ ਹੁੰਦਾ, ਜੇ ਇਹ ਗੱਲ ਸਮਝ ਆ ਗਈ ਹੁੰਦੀ, ਫਿਰ ਸਤਿਗੁਰੂ ਜੀ ਕਹਿੰਦੇ ਹਨ, ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ। ਉਹ ਤਾਂ ਬੜਾ ਬਖਸ਼ੰਦ ਹੈ, ਹਰ ਵੇਲੇ ਗਲ ਨਾਲ ਲਾ ਕੇ ਰੱਖਦਾ ਹੈ। ਉਸਦਾ ਪੱਲਾ ਛੱਡ ਦਿੱਤਾ, ਉਹਦੀ ਓਟ, ਉਸਦੀ ਸ਼ਰਨ ਛੱਡੀ, ਤਾਂ ਹੀ ਮੈਂ ਦੁੱਖ ਪਾ ਰਿਹਾ ਹਾਂ, ਤਾਂ ਹੀ ਭਟਕਦਾ ਪਿਆ ਹਾਂ, ਤਾਂ ਹੀ ਮੇਰਾ ਮਨ ਟਿਕਦਾ ਨਹੀਂ ਪਿਆ, ਕਿਉਂਕਿ ਮਨ ਵਿੱਚ ਭਰਮ ਹੈ, ਸਹਿਮ ਹੈ, ਡਰ ਹੈ। ਤੇ ਡਰ ਹੈ ਹੀ ਉੱਥੇ ਜਿੱਥੇ ਮਾਲਕ ਹੋਵੇ, ਉੱਥੇ ਡਰ ਹੋ ਹੀ ਨਹੀਂ ਸਕਦਾ। ਤੇ ਇਸੀ ਤਰ੍ਹਾਂ ਜਿੱਥੇ ਮਾਲਕ ਜੀ ਨੇ, ਉੱਥੇ ਵਿਕਾਰ ਨਹੀਂ ਹੋ ਸਕਦੇ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨ ਵਸੈ ਇਕ ਥਾਏ। ਜੇ ਵਿਕਾਰ ਮਨ ਵਿੱਚ ਅਜੇ ਵੀ ਉਛਾਲੇ ਮਾਰਦੇ ਪਏ ਹਨ, ਸਾਡੇ ਮਨ ਨੂੰ ਭਟਕਾਉਂਦੇ ਪਏ ਹਨ, ਇਸ ਦਾ ਮਤਲਬ ਆਪਣੇ ਅੰਦਰ ਵਸਦੇ ਰੱਬ ਨਾਲ ਸਾਂਝ ਹੀ ਨਹੀਂ ਪਾਈ, ਉਸ ਨਾਲ ਅਜੇ ਸੰਬੰਧ ਹੀ ਨਹੀਂ ਬਣਿਆ, ਇਸ ਲਈ ਭਟਕਦੇ ਪਏ ਹਾਂ। ਤੇ ਪਹਿਲੇ ਬੰਦ ਵਿੱਚ ਕਬੀਰ ਸਾਹਿਬ ਜੀ ਅੱਗੇ ਫਰਮਾਉਂਦੇ ਹਨ, ਤਬ ਇਹ ਮਤ ਜੋ ਸਭ ਮੈਂ ਪੇਖੈ, ਕੁਟਿਲ ਗਾਂਠ ਜਬ ਖੋਲੈ ਦੇਵ, ਬਾਰ ਬਾਰ ਮਾਇਆ ਤੇ ਅਟਕੈ, ਲੈ ਨਰਜਾ ਮਨ ਤੋਲੈ ਦੇਵ। ਪੇਖੇ ਤੋਂ ਭਾਵ ਹੈ ਦੇਖਦਾ ਹੈ, ਕੁਟਿਲ ਭਾਵ ਵਿੰਗੀ, ਗਾਂਠ ਤੋਂ ਮਤਲਬ ਹੈ ਗੰਢ। ਸਿਮਰਨ ਦੀ ਬਰਕਤ ਨਾਲ ਜਦੋਂ ਮਨੁੱਖ ਆਪਣੇ ਅੰਦਰੋਂ ਵਿੰਗੀ ਟੇਢੀ ਕੁੰਡੀ ਭਾਵ ਖੋਟ ਕੱਢਦਾ ਹੈ, ਤਾਂ ਉਸਦੇ ਅੰਦਰ ਇਹ ਮਤ ਉਪਜਦੀ ਹੈ, ਜਿਸ ਨਾਲ ਉਸਨੂੰ ਹਰ ਥਾਂ ਪ੍ਰਭੂ ਹੀ ਦਿਸਦਾ ਹੈ। ਕੇਵਲ ਤਦ ਹੀ ਮਨ ਪਵਿੱਤਰ ਹੁੰਦਾ ਹੈ, ਜਦ ਇਨਸਾਨ ਪਰਮਾਤਮਾ ਨੂੰ ਸਾਰਿਆਂ ਅੰਦਰ ਦੇਖਦਾ ਹੈ, ਅਤੇ ਜਦੋਂ ਆਪਣੀ ਕੁਟਿਲਤਾ ਦੀ ਗੰਢ ਨੂੰ ਖੋਲ ਦਿੰਦਾ ਹੈ। ਬਾਰੰਬਾਰ ਮਾਇਆ ਤੇ ਅਟਕੈ, ਲੈ ਨਰਜਾ ਮਨ ਤੋਲੈ ਦੇਵ। ਅਟਕੇ ਤੋਂ ਭਾਵ ਹੈ ਮਨ ਨੂੰ ਰੋਕਦਾ ਹੈ, ਨਰਜਾ ਭਾਵ ਤਕੜੀ। ਉਹ ਮਨੁੱਖ ਮੁੜ ਮੁੜ ਆਪਣੇ ਮਨ ਨੂੰ ਮਾਇਆ ਵੱਲੋਂ ਰੋਕਦਾ ਹੈ ਅਤੇ ਤਕੜੀ ਲੈ ਕੇ ਤੋਲਦਾ ਰਹਿੰਦਾ ਹੈ, ਭਾਵ ਮਨ ਦੇ ਔਗਣਾਂ ਨੂੰ ਪੜਚੋਲਦਾ ਰਹਿੰਦਾ ਹੈ। ਪ੍ਰਾਣੀ ਨੂੰ ਆਪਣੇ ਆਪ ਨੂੰ ਪਾਪ ਵੱਲੋਂ ਹਮੇਸ਼ਾ ਹੀ ਰੋਕਣਾ ਚਾਹੀਦਾ ਹੈ ਅਤੇ ਸਵੈ ਪੜਚੋਲ ਕਰਦੇ ਰਹਿਣਾ ਚਾਹੀਦਾ ਹੈ। ਹੁਣ ਸਭ ਤੋਂ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਜੇ ਮਾਲਕ ਜੀ ਦੇ ਚਰਨ ਹਿਰਦੇ 'ਚ ਵਸ ਜਾਣ, ਤਾਂ ਸਾਡਾ ਮਨ ਭਟਕਣ ਤੋਂ ਰੁਕ ਸਕਦਾ ਹੈ ਤੇ ਮਨ ਵਿੱਚ ਟਿਕਾ ਜਾਂ ਸਹਿਜ ਅਵਸਥਾ ਬਣ ਸਕਦੀ ਹੈ। ਫਿਰ ਸਵਾਲ ਹੈ ਕਿ ਬਣੇ ਕਿਵੇਂ, ਜਾਂ ਸਤਿਗੁਰੂ ਜੀ ਦੇ ਚਰਨ ਟਿਕਾਈਏ ਕਿਵੇਂ। ਸਤਿਗੁਰੂ ਜੀ ਇਸ ਰਾਹ ਤੇ ਤੁਰਨ ਦੀ ਜਾਚ ਸਿਖਾਉਂਦੇ ਹਨ। ਕਹਿੰਦੇ ਹਨ, ਤਬ ਇਹ ਮਤ, ਜਦੋਂ ਮਨੁੱਖ ਇਹ ਵਾਲੀ ਮਤ, ਕਿਹੜੀ ਵਾਲੀ ਮਤ? ਜੋ ਸਭ ਮੈਂ ਪੇਖੇ, ਜਿਹੜਾ ਸਾਰਿਆਂ ਵਿੱਚ ਉਹ ਮਾਲਕ ਵਸਿਆ ਹੋਇਆ ਹੈ, ਉਹ ਤੈਨੂੰ ਸਾਰਿਆਂ ਵਿੱਚ ਨਜ਼ਰ ਆਵੇ। ਕਿਉਂਕਿ ਰੱਬ ਕਿਸੇ ਖਾਸ ਸਥਾਨ ਤੇ ਨਹੀਂ, ਰੱਬ ਤੇ ਆਪਣੀ ਬਣਾਈ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ, ਜਿਸ ਨੂੰ ਕਰਤਾ ਪੁਰਖ ਕਿਹਾ, ਉਹ ਕ੍ਰੀਏਟਰ ਹੈ। ਆਪਣੀ ਬਣਾਈ ਕੁਦਰਤ ਵਿੱਚ ਵਸਿਆ ਹੋਇਆ ਹੈ, ਜਿਸ ਨੂੰ ਸਤਿਗੁਰੂ ਜੀ ਕਹਿੰਦੇ ਹਨ, ਕੁਦਰਤ ਕਰਕੇ ਵਸਿਆ ਸੋਏ,
ਵਖਤ ਵਿਚਾਰੇ ਸੋ ਬੰਦਾ ਹੋਏ। ਜਿਸਨੂੰ ਆਸਾ ਦੀ ਵਾਰ ਵਿੱਚ ਕਿਹਾ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਹ ਜਗਤ ਪ੍ਰਭੂ ਦੇ ਰਹਿਣ ਦੀ ਥਾਂ ਹੈ, ਪਰ ਸਾਨੂੰ ਸਾਰਿਆਂ ਵਿੱਚ ਨਜ਼ਰ ਨਹੀਂ ਆਇਆ। ਅਸੀਂ ਤੇਰ ਮੇਰ ਵੀ ਜਿਉਂਦੇ ਹਾਂ, ਸਾਨੂੰ ਆਪਣਿਆਂ ਵਿੱਚ ਤੇ ਫਿਰ ਵੀ ਰੱਬ ਨਜ਼ਰ ਆਉਂਦਾ ਹੈ, ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਜਿਨ੍ਹਾਂ ਨਾਲ ਸਾਡਾ ਵਰਤੋਂ ਵਿਹਾਰ ਹੈ। ਪਰ ਜਿਨ੍ਹਾਂ ਨਾਲ ਸਾਡੇ ਵਿਚਾਰ ਨਹੀਂ ਮਿਲਦੇ ਪਏ, ਜਿੱਥੇ ਮਨ ਮੁਟਾਵ ਹੈ, ਸਾਨੂੰ ਉੱਥੇ ਰੱਬ ਨਜ਼ਰ ਹੀ ਨਹੀਂ ਆਉਂਦਾ। ਉੱਥੇ ਆਪਣੇ ਮਨ ਦੇ ਵਿੱਚ ਮਲਿਨਤਾ, ਮਨ ਵਿੱਚ ਗੁੱਸਾ, ਮਨ ਵਿੱਚ ਗਿਲਾ ਰੱਖਦੇ ਹਾਂ। ਜਦੋਂ ਭਲੇ ਦੀ ਭਾਵਨਾ ਹੁੰਦੀ ਹੈ, ਫਿਰ ਮਨ ਦੇ ਵਿੱਚ ਖਿਆਲ ਨਹੀਂ ਆਉਂਦਾ ਹੈ, ਬਲਕਿ ਸਾਡਾ ਮਨ ਇਤਨਾ ਮਲੀਨ ਹੋ ਜਾਂਦਾ ਹੈ ਕਿ ਉਹਨਾਂ ਵਿਅਕਤੀ ਵਿਸ਼ੇਸ਼ ਦੇ ਜੀਵਨ ਵਿੱਚ ਜੇ ਕੁਝ ਚੰਗਾ ਵੀ ਹੋਵੇ ਤੇ ਸਾਡਾ ਮਨ ਅੰਦਰੋਂ ਅੰਦਰੋਂ ਖਿੱਚਦਾ ਹੈ। ਸਾਨੂੰ ਸਮਝ ਨਹੀਂ ਆਉਂਦੀ ਕਿ ਹੋ ਕੀ ਰਿਹਾ ਹੈ। ਆਪਣੇ ਮਨ ਵਿੱਚ ਗੁੱਸਾ, ਮੈਲ ਮਹਿਸੂਸ ਤਾਂ ਹੁੰਦੀ ਹੈ, ਮਨ ਵਿੱਚ ਖੁਸ਼ੀ ਨਹੀਂ ਆ ਰਹੀ ਹੈ, ਪਰ ਸਮਝ ਨਹੀਂ ਆਉਂਦਾ ਕਿ ਇਹ ਹੋ ਕਿਉਂ ਰਿਹਾ ਹੈ। ਇਸਨੂੰ ਅਸੀਂ ਇੱਕ ਛੋਟੇ ਜਿਹੇ ਐਗਜ਼ਾਮਪਲ ਨਾਲ ਅਗਰ ਸਮਝਦੇ ਹਾਂ, ਤੇ ਗੁਆਂਢ ਵਿੱਚ ਕੋਈ ਪਰਿਵਾਰ ਰਹਿੰਦਾ ਹੈ, ਉਸਦੇ ਬੱਚੇ ਤੇ ਸਾਡੇ ਬੱਚੇ ਇੱਕੋ ਕੰਪੀਟੀਸ਼ਨ ਲੈਵਲ ਤੇ ਪੜ੍ਹਦੇ ਪਏ ਹਨ। ਹੁਣ ਸਾਡਾ ਉਹਨਾਂ ਨਾਲ ਬਹੁਤ ਆਉਣ ਜਾਣ ਨਹੀਂ ਹੈ, ਜਾਂ ਇੰਝ ਕਹਿ ਲਈਏ ਕਿ ਨਾਰਾਜ਼ਗੀ ਹੈ। ਤੇ ਹੁਣ ਜੇ ਮੇਰਾ ਬੱਚਾ ਉੱਥੇ ਵਧੀਆ ਰਿਜ਼ਲਟ ਨਾ ਦੇਵੇ ਤੇ ਉਹਨਾਂ ਦਾ ਬੱਚਾ ਚੰਗਾ ਕਰੇ, ਫਿਰ ਅਸੀਂ ਬਾਣੀ ਪੜਨ ਵਾਲੇ ਹਾਂ, ਤੇ ਅਸੀਂ ਬਹੁਤ ਵਾਰ ਕਹਿੰਦੇ ਹਾਂ ਕਿ ਨਹੀਂ, ਅਸੀਂ ਕਿਸੇ ਲਈ ਮਾੜਾ ਨਹੀਂ ਸੋਚਣਾ ਹੈ, ਅਸੀਂ ਨਹੀਂ ਮਾੜਾ ਸੋਚਣਾ, ਚਲ ਠੀਕ ਹੈ, ਜੋ ਹੋ ਗਿਆ ਸੋ ਹੋ ਗਿਆ। ਪਰ ਅੰਦਰ ਹੀ ਅੰਦਰ ਉਹ ਖੁਸ਼ੀ ਨਹੀਂ ਹੁੰਦੀ ਜੋ ਮੇਰੇ ਬੱਚੇ ਦੇ ਚੰਗਾ ਕਰਨ ਤੇ ਹੋਣੀ ਸੀ। ਤੇ ਇਸ ਦਾ ਮਤਲਬ ਹੈ ਕੁਝ ਫਰਕ ਤੇ ਹੈ, ਕੁਝ ਤੇ ਅੰਦਰ ਗੜਬੜ ਹੈ। ਇਹ ਮਲੀਨਤਾ ਹੈ ਜੋ ਸਭ ਵਿੱਚ ਉਸ ਰੱਬ ਨੂੰ ਨਹੀਂ ਦੇਖਣ ਦਿੰਦੀ। ਇਸੀ ਨੂੰ ਸਤਿਗੁਰੂ ਜੀ ਨੇ ਕਿਹਾ, ਤੂੰ ਉਸ ਵਿੱਚ ਵੀ ਸਤਿਗੁਰ ਦੀ ਜੋਤ ਦੇਖ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਤੂੰ ਇਹ ਕਿਉਂ ਨਹੀਂ ਦੇਖ ਪਾ ਰਿਹਾ? ਫਿਰ ਇੱਕ ਜਗ੍ਹਾ ਇਸ ਤਰ੍ਹਾਂ ਵੀ ਕਿਹਾ, ਜੇ ਗੁਰੂ ਕੋਲੋਂ ਮਤ ਲੈ ਲਵੇਂ ਤੇ ਇਹ ਪਰਾਈ ਤਾਤ ਵਾਲਾ ਜਿਹੜਾ ਮਸਲਾ ਹੈ, ਇਹ ਮੁੱਕ ਜਾਏਗਾ। बिसर गई सब तात पराई, जब ते साध संगत मोह पाई। ना को बैरी नहीं बिगाना, सगल संग हमको बने आई। ਜਦੋਂ ਦੀ ਮੈਂ ਗੁਰੂ ਵਾਲੀ ਮਤ ਲਈ ਹੈ, ਮੇਰੇ ਅੰਦਰੋਂ ਜੋ ਪਰਾਈ ਤਾਤ ਵਾਲੀ ਭਾਵਨਾ ਸੀ, ਉਹ ਬਿਮਾਰੀ ਸੀ, ਉਹ ਤੇ ਹੁਣ ਨਿਕਲ ਹੀ ਗਈ। ਹੁਣ ਤੇ ਮਾੜਾ ਲੱਗਦਾ ਹੀ ਨਹੀਂ। ਹੁਣ ਜਿੱਥੇ ਮੇਰਾ ਮਨ ਨਹੀਂ ਲੱਗਦਾ, ਮੇਰੇ ਵਿਚਾਰ ਨਹੀਂ ਮਿਲਦੇ, ਮੈਂ ਸੋਚਦਾ ਹਾਂ ਇਹ ਵੀ ਮਾਲਕ ਦੀ ਮੌਜ ਹੈ। ਮਾਲਕ ਨੇ ਸਭ ਤਰ੍ਹਾਂ ਦੇ ਬੰਦੇ ਬਣਾਏ ਹਨ, ਜ਼ਰੂਰੀ ਤੇ ਨਹੀਂ ਕਿ ਮੇਰੇ ਸਾਰਿਆਂ ਨਾਲ ਵਿਚਾਰ ਰਲ ਜਾਣ। ਜਦੋਂ ਇਹ ਜੁਗਤ ਸਾਡੇ ਜੀਵਨ ਵਿੱਚ ਆ ਜਾਏ ਤੇ ਫਿਰ ਸਤਿਗੁਰੂ ਜੀ ਕਹਿੰਦੇ ਹਨ, ਕੁਟਿਲ ਗਾਂਠ ਜਬ ਖੋਲੇ ਦੇਵ। ਇਹ ਕੁਟਿਲਤਾ ਵਾਲੀ ਗੰਢ, ਇਹ ਖੋਲਣ ਦੀ ਲੋੜ ਸੀ। ਹੈ ਤੇ ਬੜਾ ਔਖਾ ਹੈ ਕਿ ਆਪਣੇ ਅੰਦਰ ਨੂੰ ਸਮਝਣਾ। ਸਾਡਾ ਮਨ ਸਾਨੂੰ ਇਹ ਹੁਜਤਾਂ ਦੇ ਰਿਹਾ ਹੈ, ਇਹ ਅਜੇ ਸਾਨੂੰ ਤੇਰ ਮੇਰ ਵਿਦਕਰੇ ਵੱਲ ਪ੍ਰੇਰ ਰਿਹਾ ਹੈ। ਪਰ ਜੇ ਗੁਰੂ ਦੇ ਬਚਨ ਹਿਰਦੇ ਵਿੱਚ ਵਸ ਜਾਣ, ਫਿਰ ਬਾਰੰਬਾਰ ਮਾਇਆ ਤੇ ਅਟਕੇ ਲੈ ਨਰਜਾ ਮਨ ਤੋਲੇ ਦੇਵ। ਕਿਉਂਕਿ ਉਸ ਕੋਲ ਤਕੜੀ ਆ ਗਈ, ਭਾਵ ਪੁੰਨ ਛਾਨ ਕਰਨੀ ਆ ਗਈ, ਕਿੱਥੇ ਵਾਧਾ ਹੈ, ਕਿੱਥੇ ਘਾਟਾ ਹੈ। ਸਾਡੇ ਹੱਥ ਵਿੱਚ ਤਕੜੀ ਹੋਵੇ ਤੇ ਸਾਨੂੰ ਪਤਾ ਹੁੰਦਾ ਹੈ ਕਿ ਕਿਸ ਪਲੜੇ ਤੇ ਵਾਧਾ ਹੈ ਤੇ ਕਿਸ ਤੇ ਘਾਟਾ ਹੈ। ਤੇ ਤਕੜੀ ਮਤਲਬ ਕੀ ਹੋ ਗਿਆ ਕਿ ਪੈਰਾਮੀਟਰ ਆ ਗਿਆ ਚੈੱਕ ਕਰਨ ਲਈ। ਮਨ ਵਿੱਚ ਖੁਸ਼ੀ ਨਹੀਂ ਆਈ, ਇਸ ਦਾ ਮਤਲਬ ਮਨ ਤੇਰ ਮੇਰ ਵਿਦਕਰੇ ਵਿੱਚ ਹੈ, ਅਜੇ ਭਟਕਣਾ ਵਿੱਚ ਹੈ। ਪਰ ਮਾਇਆ ਦੇ ਇਹਨਾਂ ਥਪੇੜਿਆਂ ਵਿੱਚ ਉਲਝਿਆ ਹੈ। ਇਹਨਾਂ ਵਿੱਚੋਂ ਗੁਰੂ ਦਾ ਸ਼ਬਦ ਹੀ ਕੱਢ ਸਕਦਾ ਹੈ, ਫਿਰ ਭਟਕਣਾ ਨਹੀਂ ਰਹਿੰਦੀ ਹੈ। ਹੁਣ ਤਕੜੀ ਕਿਹੜੀ ਹੈ? ਤਕੜੀ ਸਿਮਰਨ ਦੀ ਬਰਕਤ ਨਾਲ ਜਦੋਂ ਆਪਣੇ ਅੰਦਰੋਂ ਵਿੰਗੀ ਟੇਢੀ ਕੁੰਡੀ ਭਾਵ ਖੋਟ ਕੱਢਦਾ ਹੈ, ਤਾਂ ਉਸਦੇ ਅੰਦਰ ਇਹ ਮਤ ਉਪਜਦੀ ਹੈ
ਉਸਨੂੰ ਹਰ ਥਾਂ ਪ੍ਰਭੂ ਹੀ ਦਿਸਦਾ ਹੈ। ਉਹ ਮਨੁੱਖ ਮੁੜ-ਮੁੜ ਆਪਣੇ ਮਨ ਨੂੰ ਮਾਇਆ ਵੱਲੋਂ ਰੋਕਦਾ ਹੈ ਤੇ ਤਰਕ ਦੀ ਤਕੜੀ ਲੈ ਕੇ ਤੋਲਦਾ ਰਹਿੰਦਾ ਹੈ। ਭਾਵ ਮਨ ਦੇ ਔਗੁਣਾਂ ਨੂੰ ਪੜਚੋਲਦਾ ਰਹਿੰਦਾ ਹੈ। तब ए मत जो सब में पेखै, कुटिल गांठ जब खोलै देव, बारंबार माया ते अटकै, ਲੈ ਨਰਜਾ ਮਨ ਤੋਲੈ ਦੇਵ। ਸਿਮਰਨ ਦੀ ਬਰਕਤ ਨਾਲ ਜਦੋਂ ਮਨੁੱਖ ਆਪਣੇ ਅੰਦਰੋਂ ਵਿੰਗੀ ਟੇਢੀ ਕੁੰਡੀ ਭਾਵ ਖੋਟ ਕੱਢਦਾ ਹੈ ਤਾਂ ਉਸ ਦੇ ਅੰਦਰ ਇਹ ਮਤ ਉਪਜਦੀ ਹੈ ਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਦਿਸਦਾ ਹੈ। ਦੂਸਰੇ ਬੰਦ ਵਿੱਚ ਕਬੀਰ ਸਾਹਿਬ ਜੀ ਫਰਮਾ ਰਹੇ ਹਨ, ਜਾਂ ਉਹ ਜਾਏ ਤਹੀਂ ਸੁਖ ਪਾਵੇ, ਮਾਇਆ ਤਾਸ ਨਾ ਡੋਲ ਚੋਲੇ ਦੇਵ। ਜਾਂ ਤੋਂ ਭਾਵ ਜਿੱਥੇ ਤਾਸ ਉਸ ਲਈ ਆਇਆ ਹੈ ਉਸਨੂੰ ਝੂਲੇ ਡੁਲਾਉਂਦੀ ਹੈ, ਪਰ ਜਾਂ ਪਰਮਾਉਣਾ ਜਾਂ ਝੁਲਾਉਣਾ, ਝੁਲਾਉਂਦੀ ਜਾਂ ਪਰਮਾਉਂਦੀ। ਜਿੱਥੇ ਵੀ ਉਹ ਮਨੁੱਖ ਜਾਂਦਾ ਹੈ ਉੱਥੇ ਹੀ ਸੁਖ ਪਾਉਂਦਾ ਹੈ, ਉਸਨੂੰ ਮਾਇਆ ਭਟਕਾਉਂਦੀ ਨਹੀਂ ਹੈ। ਕਉ ਕਬੀਰ ਮੇਰਾ ਮਨ ਮਾਨਿਆ, ਰਾਮ ਪ੍ਰੀਤ ਕਿਉ ਲੈ ਦੇਵ। ਲੈ ਤੋਂ ਭਾਵ ਹੈ ਲੀਨ, ਕਿਉ ਤੋਂ ਭਾਵ ਹੈ ਕਰ ਦਿੱਤਾ ਹੈ। ਕਬੀਰ ਜੀ ਕਹਿੰਦੇ ਹਨ, ਮੈਂ ਵੀ ਆਪਣੇ ਮਨ ਨੂੰ ਪ੍ਰਭੂ ਦੀ ਪ੍ਰੀਤ ਵਿੱਚ ਲੀਨ ਕਰ ਦਿੱਤਾ ਹੈ, ਜਿਸ ਨਾਲ ਮੇਰਾ ਮਨ ਪ੍ਰਭੂ ਨਾਲ ਪਤੀਜ ਗਿਆ ਹੈ। ਜਿੱਥੇ ਵੀ ਉਹ ਮਨੁੱਖ ਜਾਂਦਾ ਹੈ ਉੱਥੇ ਹੀ ਸੁਖ ਪਾਉਂਦਾ ਹੈ, ਉਸਨੂੰ ਮਾਇਆ ਪਰਮਾਨਦੀ ਨਹੀਂ ਹੈ। ਹੁਣ ਇਹ ਮੇਰਾ ਮਨ ਪ੍ਰਭੂ ਨਾਲ ਪਤੀਜ ਗਿਆ ਹੈ। ਜੈ ਉਹ ਜਾਏ ਤਹੀਂ ਸੁਖ ਪਾਵੇ, ਮਾਇਆ ਤਾਸ ਨ ਝੋਲੇ ਦੇਵ। ਕਉ ਕਬੀਰ ਮੇਰਾ ਮਨ ਮਾਨਿਆ, ਰਾਮ ਪ੍ਰੀਤ ਕਿਉ ਲੈ ਦੇਵ। ਜੈ ਜਿੱਥੇ ਤਾਸ ਉਸਨੂੰ ਅਤੇ ਝੋਲੇ ਝੁਲਾਉਂਦੀਆਂ ਪਰਮਾਉਂਦੀ ਹੈ, ਲੀਨ ਲੈ ਤੋਂ ਭਾਵ ਲੀਨ ਹੈ। ਜਿੱਥੇ ਵੀ ਉਹ ਮਨੁੱਖ ਜਾਂਦਾ ਹੈ ਉੱਥੇ ਹੀ ਸੁਖ ਪਾਉਂਦਾ ਹੈ, ਉਸਨੂੰ ਮਾਇਆ ਪਰਮਾਉਂਦੀ ਨਹੀਂ ਹੈ। ਤੇ ਕਬੀਰ ਸਾਹਿਬ ਜੀ ਆਖਦੇ ਹਨ, ਮੈਂ ਵੀ ਆਪਣੇ ਮਨ ਨੂੰ ਪ੍ਰਭੂ ਦੀ ਪ੍ਰੀਤ ਵਿੱਚ ਲੀਨ ਕਰ ਦਿੱਤਾ ਹੈ। ਹੁਣ ਮੇਰਾ ਮਨ ਪ੍ਰਭੂ ਨਾਲ ਪਤੀਜ ਗਿਆ ਹੈ। ਅਖੀਰ ਚ ਇਸ ਦੂਸਰੇ ਪਦੇ ਵਿੱਚ ਕਬੀਰ ਸਾਹਿਬ ਜੋ ਗੱਲ ਕਰ ਰਹੇ ਹਨ ਕਿ ਜਹਾਂ ਉਹ ਜਾਏ ਤਾਂ ਹੀ ਸੁਖ ਪਾਵੇ। ਜਿੱਥੇ ਵੀ ਉਹ ਜਾਂਦਾ ਹੈ ਉਹ ਸੁਖੀ ਵਸਦਾ ਹੈ। ਉਸਨੂੰ ਮਾਇਆ ਜਿਹੜੀ ਹੈ ਉਹ ਚਕੋਲੇ ਪਾ ਕੇ ਉਹਨੂੰ ਡੁਲਾਉਂਦੀ ਨਹੀਂ ਹੈ। ਮਾਇਆ ਹਰ ਵੇਲੇ ਜੀਵਨ ਚ ਭਟਕਣਾ ਦੇ ਰਹੀ ਹੈ, ਮਨ ਡੋਲਦਾ ਪਿਆ ਹੈ। ਇਸਨੂੰ ਪ੍ਰੈਕਟੀਕਲ ਲੈਵਲ ਤੇ ਜੇ ਦੇਖੀਏ ਤੇ ਜਦੋਂ ਅਸੀਂ ਆਮ ਸੰਸਾਰਕ ਜੀਵਨ ਜੀ ਰਹੇ ਹਾਂ ਤਾਂ ਸਾਡੇ ਜੀਵਨ ਦੇ ਵਿੱਚ ਜਿਹੜੀ ਭਟਕਣਾ ਹੈ ਉਸ ਦੇ ਪਿੱਛੇ ਸਾਡਾ ਲਾਲਚ ਖੜਾ ਹੈ, ਜਾਂ ਸਾਡਾ ਗੁੱਸਾ, ਜਾਂ ਸਾਡਾ ਕ੍ਰੋਧ, ਜਾਂ ਸਾਡਾ ਹੰਕਾਰ ਖੜਾ ਹੈ। ਤੇ ਉਸ ਦੀ ਪੂਰਤੀ ਦੇ ਲਈ ਅਸੀਂ ਭਟਕਦੇ ਹਾਂ, ਕਿਉਂਕਿ ਜਦੋਂ ਉਹ ਪੂਰਤੀ ਨਹੀਂ ਹੋਈ ਤਾਂ ਮਨ ਪਰੇਸ਼ਾਨ ਹੈ ਤੇ ਪੂਰਤੀ ਹੁੰਦੀ ਨਹੀਂ ਹੈ, ਕਿਉਂਕਿ ਪੂਰਤੀ ਕਦੀ ਹੁੰਦੀ ਨਹੀਂ ਹੈ, ਕਿਉਂਕਿ ਜਿੰਨਾ ਮਿਲ ਜਾਏ ਉਸ ਤੋਂ ਲੱਗਦਾ ਹੈ ਹੋਰ ਮਿਲ ਜਾਏ। ਉਸ ਦੇ ਵਿੱਚ ਮਨ ਪਰੇਸ਼ਾਨ ਹੀ ਰਹਿੰਦਾ ਹੈ। ਪਰ ਜਿੱਥੇ ਗੁਰੂ ਦਾ ਸ਼ਬਦ ਆ ਵਸਿਆ, ਜਿੱਥੇ ਮਾਲਕ ਜੀ ਆਪ ਸਹਾਈ ਹੋ ਗਏ, ਹੁਣ ਕਿਉਂਕਿ ਰੱਬ ਜੀ ਕਿਸੇ ਖਾਸ ਆਕਾਰ 'ਚ ਨਹੀਂ ਹਨ, ਕਿਸੇ ਖਾਸ ਜਗ੍ਹਾ ਤੇ ਨਹੀਂ ਹਨ, ਹੁਣ ਉਹ ਵਿਚਾਰਾਂ 'ਚ ਹਨ ਤੇ ਗੁਨਾਹ ਦੇ ਰੂਪ 'ਚ ਹਨ। ਹੁਣ ਗੁਣ ਸਾਡੇ ਅੰਦਰ ਪੋਜ਼ਿਟਿਵਿਟੀ, ਸਾਡੇ ਅੰਦਰ ਪੋਜ਼ਿਟਿਵ ਵਿਚਾਰ ਲਿਆਉਂਦੇ ਹਨ। ਇਸ ਸਿਚੁਏਸ਼ਨ ਅਸੀਂ ਨੇ ਇੱਕ ਸਿਚੁਏਸ਼ਨ ਲੈਂਦੇ ਹਾਂ ਕਿ ਸਾਡਾ ਕਿਸੇ ਨਾਲ ਝਗੜਾ ਹੋ ਗਿਆ। ਹੁਣ ਝਗੜੇ ਦਾ ਕਾਰਨ ਉਹ ਸਾਡੀ ਈਗੋ ਵੀ ਹੋ ਸਕਦੀ ਹੈ। ਝਗੜੇ ਦਾ ਕਾਰਨ ਕਿਸੇ ਦੇ ਨਾਲ ਵਿਚਾਰਾਂ ਦੀ ਮਤਭੇਦਤਾ ਵੀ ਹੋ ਸਕਦੀ ਹੈ। ਝਗੜੇ ਦਾ ਕਾਰਨ ਕੁਝ ਵੀ ਹੋ ਸਕਦਾ ਹੈ। ਜਿਵੇਂ ਜੋ ਕੁਝ ਸਾਹਮਣੇ ਵਾਲੇ ਨੇ ਕੀਤਾ ਉਹ ਸਾਡੇ ਸਾਂਚੇ ਵਿੱਚ ਫਿੱਟ ਨਹੀਂ ਆ ਰਿਹਾ, ਪਰ ਅਸੀਂ ਉਸਨੂੰ ਆਪਣੇ ਮਨ ਦੇ ਮੁਤਾਬਿਕ ਕਰਨਾ ਚਾਹੁੰਦੇ ਹਾਂ। ਪਰ ਜੇ ਸਾਡੇ ਕੋਲ ਗੁਰੂ ਵਾਲੀ ਮਤ, ਗੁਰੂ ਵਾਲੇ ਬਖਸ਼ੇ ਸੋਹਣੇ ਵਿਚਾਰ ਹੋਣਗੇ, ਫਿਰ ਅਸੀਂ ਕਦੀ ਵੀ ਸਾਹਮਣੇ ਵਾਲੇ ਨੂੰ ਆਪਣੇ ਸੰਚੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ। ਜਾਂ ਜੋ ਉਸਨੇ ਕੀਤਾ
ਉਸ ਤੇ ਅਸੀਂ ਓਵਰ ਰਿਐਕਟ ਵੀ ਨਹੀਂ ਕਰਾਂਗੇ। ਕਿਉਂ? ਕਿਉਂਕਿ ਸਾਡੇ ਕੋਲ ਸਹਿਜ ਹੈ, ਸਾਡੇ ਕੋਲ ਦਇਆ ਹੈ, ਸਾਡੇ ਕੋਲ ਗੁਰੂ ਦਾ ਬਖਸ਼ਿਆ ਹੋਇਆ ਉਹ ਗਿਆਨ ਸਰੂਪ ਪਿਆਰ, ਸਮਝ, ਵਿਵੇਕ ਬੁੱਧ ਹੈ। ਤਾਂ ਕਿਸੇ ਵੀ ਹਾਲਾਤ ਵਿੱਚ ਨਾ ਸਾਡੇ ਅੰਦਰ ਲੋਭ ਹੋਏਗਾ, ਨਾ ਸਾਡੇ ਅੰਦਰ ਕ੍ਰੋਧ ਹੋਏਗਾ। ਇਸੇ ਲਈ ਕਬੀਰ ਸਾਹਿਬ ਜੀ ਕਹਿੰਦੇ ਹਨ, ਜਾਂ ਉਹ ਜਾਏ ਤਾਂ ਹੀ ਸੁਖ ਪਾਵੇ। ਹੁਣ ਹਾਲਾਤ ਜਿਵੇਂ ਦੇ ਮਰਜ਼ੀ ਹੋਣ, ਫਿਰ ਹਾਲਾਤ ਦੇ ਵਿੱਚ ਭਾਵੇਂ ਤਤੀਆਂ ਤਵੀ ਤੇ ਬੈਠਣਾ ਹੋਵੇ, ਜੇ ਹਾਲਾਤਾਂ ਦੇ ਵਿੱਚ ਨੀਹਾਂ ਦੇ ਵਿੱਚ ਚਿੰਨਾ ਹੈ, ਜਾਂ ਹਾਲਾਤ ਆ ਜਾਣ, ਜਿਹੜੇ ਵੀ ਹਾਲਾਤ ਆ ਜਾਣ ਉੱਥੇ ਵੀ ਸੁਖ ਹੈ। ਇਸੇ ਲਈ ਸਤਿਗੁਰੂ ਜੀ ਨੇ ਬਾਣੀ 'ਚ ਕਿਹਾ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਫਿਰ ਹਾਲਾਤ ਜਿਵੇਂ ਦੇ ਮਰਜ਼ੀ ਹੋਣ, ਉਸਨੂੰ ਹਾਲਾਤ ਨਹੀਂ ਡੁਲਾ ਸਕਦੇ। ਡੋਲਣ ਦਾ ਕਾਰਨ ਹੀ ਹਾਲਾਤ ਹਨ। ਹਾਲਾਤ ਯਾਨੀ ਕਿ ਜਿਹੜੀ ਮਾਇਆ ਵਾਪਰ ਰਹੀ ਹੈ, ਜਿਸ ਮਾਇਆ ਦੇ ਅਧੀਨ ਮੇਰਾ ਮਨ ਮੈਨੂੰ ਕਹਿ ਰਿਹਾ ਹੈ ਕਿ ਏਦਾਂ ਹੋਣਾ ਚਾਹੀਦਾ ਸੀ, ਮੇਰੀ ਰਿਸਪੈਕਟ ਹੋਣੀ ਚਾਹੀਦੀ ਸੀ, ਮੈਨੂੰ ਆ ਮਿਲਣਾ ਚਾਹੀਦਾ ਸੀ, ਮੇਰੇ ਜੀਵਨ ਵਿੱਚ ਇਹ ਵਾਲੀ ਪ੍ਰਾਪਤੀ ਹੋਣੀ ਚਾਹੀਦੀ ਸੀ, ਮੈਂ ਇੰਨੀ ਮਿਹਨਤ ਕੀਤੀ, ਮੈਨੂੰ ਉਸਦਾ ਕੋਈ ਰਿਜ਼ਲਟ ਨਹੀਂ ਮਿਲਿਆ, ਤੇ ਮੈਂ ਇਹਨਾਂ ਨਾਲ ਇੰਨਾ ਚੰਗਾ ਕੀਤਾ, ਪਰ ਇਹਨਾਂ ਨੇ ਮੈਨੂੰ ਵਾਪਸੀ ਕੀ ਦਿੱਤਾ। ਉੱਥੇ ਐਕਸਪੈਕਟੇਸ਼ਨ ਨਹੀਂ ਹੈ, ਉੱਥੇ ਸਾਹਮਣੇ ਵਾਲਾ ਜਿਵੇਂ ਕਰ ਰਿਹਾ ਉਹਦੇ ਵਿੱਚ ਵਾਹ ਪਲਾ ਹੈ। ਜਦੋਂ ਇਹ ਬਿਰਤੀ ਆ ਗਈ, ਪਰ ਇਹ ਬਿਰਤੀ ਐਵੇਂ ਨਹੀਂ ਆ ਜਾਣੀ ਹੈ। ਮੈਂ ਕਹਾਂ ਕਿ ਮੈਂ ਇੰਨੀ ਬਾਣੀ ਪੜ੍ਹ ਲਈ ਤੇ ਮੇਰੇ ਅੰਦਰ ਇਹ ਬਿਰਤੀ ਆ ਜਾਏਗੀ ਜਾਂ ਆ ਗਈ, ਤੇ ਬਾਣੀ ਤੋਂ ਸਮਝ ਮਿਲਣੀ ਹੈ, ਉਸ ਸਮਝ ਨੂੰ ਜੀ ਕੇ ਫਿਰ ਬਿਰਤੀ ਮਿਲਣੀ ਹੈ। ਇਹ ਗੱਲ ਧਿਆਨ ਰੱਖਣ ਦੀ ਲੋੜ ਹੈ ਕਿ ਬਹੁਤ ਵਾਰ ਇਸ ਭੁਲੇਖੇ 'ਚ ਪੈ ਜਾਂਦੇ ਹਾਂ ਕਿ ਸਮਾਜ ਵਿੱਚ ਜਦੋਂ ਦੇਖਦੇ ਹਾਂ ਕਿ ਕੋਈ ਬੰਦਾ ਬੜਾ ਪਾਠ ਕਰਨ ਵਾਲਾ, ਬੜਾ ਬਾਣੀ ਪੜਨ ਵਾਲਾ ਹੈ, ਉਸ ਦੇ ਜੀਵਨ ਵਿੱਚ ਕੋਈ ਦੁੱਖ ਸੁੱਖ ਦਾ ਸਮਾਂ ਆ ਜਾਏ, ਕਹਿ ਦਿੰਦੇ ਹਾਂ ਕਿ ਉਹ ਤਾਂ ਇੰਨੀ ਬਾਣੀ ਪੜਦਾ ਸੀ, ਉਸਨੂੰ ਵੀ ਦੁੱਖ ਆ ਗਿਆ, ਉਸਨੂੰ ਵੀ ਸਰੀਰਕ ਕਸ਼ਟ ਮਿਲ ਗਿਆ। ਗੱਲ ਮਾਨਸਿਕ ਸਥਿਤੀ ਦੀ ਹੈ। ਹਾਲਾਤ ਜਿਵੇਂ ਦੇ ਮਰਜ਼ੀ ਹੋਣ, ਪਰ ਮਨੋਦਸ਼ਾ, ਮਾਨਸਿਕ ਸਥਿਤੀ ਟਿਕਾ ਦੇ ਵਿੱਚ ਹੈ, ਉੱਥੇ ਭਟਕਣਾ ਨਹੀਂ ਹੈ, ਤਾਂ ਇਹੀ ਸੁੱਖ ਹੈ। ਕਿਉਂਕਿ ਜੇ ਸਾਰਾ ਕੁਝ ਹੁੰਦਾ ਹੋਏ ਵੀ ਸਾਡੇ ਮਨ ਦੇ ਵਿੱਚ ਟਿਕਾ ਹੀ ਨਹੀਂ, ਸਾਡੇ ਕੋਲ ਲੱਖਾਂ ਦਾ ਬੈੱਡ ਹੋਵੇ, ਪਰ ਸਾਨੂੰ ਉਸ ਬੈੱਡ ਤੇ ਨੀਂਦ ਹੀ ਨਾ ਆਉਂਦੀ ਹੋਵੇ, ਤਾਂ ਨੀਂਦ ਕਿੱਥੋਂ ਖਰੀਦ ਲਵਾਂਗੇ। ਬਿਸਤਰ ਤਾਂ ਮਹਿੰਗੇ ਤੋਂ ਮਹਿੰਗਾ ਹੋ ਸਕਦਾ ਹੈ, ਪਰ ਨੀਂਦ ਨਹੀਂ ਖਰੀਦੀ ਜਾ ਸਕਦੀ। ਇਸੇ ਤਰ੍ਹਾਂ ਭੋਜਨ ਤਾਂ ਵਧੀਆ ਤੋਂ ਵਧੀਆ ਹੋ ਸਕਦਾ ਹੈ, ਮਹਿੰਗੇ ਤੋਂ ਮਹਿੰਗਾ ਹੋ ਸਕਦਾ ਹੈ, ਲੈਵਿਸ਼ ਹੋ ਸਕਦਾ ਹੈ, ਪਰ ਹਜਮ ਕਰਨ ਲਈ ਜਿਹੜੀ ਸਰੀਰ ਦੇ ਵਿੱਚ ਤਾਕਤ ਚਾਹੀਦੀ ਹੈ, ਉਹ ਨਹੀਂ ਖਰੀਦੀ ਜਾ ਸਕਦੀ, ਭੁੱਖ ਨਹੀਂ ਖਰੀਦੀ ਜਾ ਸਕਦੀ। ਗੁਰੂ ਸਾਹਿਬ ਸਾਨੂੰ ਬਾਰ-ਬਾਰ ਸੋਰਸ ਨਾਲ ਜੋੜ ਰਹੇ ਹਨ। ਮਾਇਕ ਪਦਾਰਥਾਂ, ਮਾਇਕ ਝਮੇਲਿਆਂ ਤੋਂ ਨਿਕਲ ਕੇ ਅਸੀਂ ਜਦੋਂ ਉਸਦੇ ਨਾਲ ਜੁੜਦੇ ਹਾਂ, ਮਤਲਬ ਪੋਜ਼ਿਟਿਵਿਟੀ ਨਾਲ ਜੁੜਦੇ ਹਾਂ, ਤਾਂ ਫਿਰ ਸਤਿਗੁਰ ਪਾਤਸ਼ਾਹ ਤੇ ਇੱਥੋਂ ਤੱਕ ਕਹਿੰਦੇ ਹਨ ਕਿ ਭਾਵੇਂ ਤੇਰੇ ਕੋਲ ਦੁਨਿਆਵੀ ਤੌਰ ਤੇ ਮੋਤੀ, ਹੀਰੇ, ਲਾਲ ਕੁਝ ਵੀ ਨਾ ਹੋਵੇ, ਇਹ ਸਭ ਨਾਮ ਤੋਂ ਬਿਨਾ ਆਤਮਕ ਮੌਤ ਦਾ ਕਾਰਨ ਹਨ। ਮੁਕਤ ਲਾਲ ਅਨਿਕ ਭੋਗ, ਬਿਨ ਨਾਮ ਨਾਨਕ ਹਾਤ। ਪਰ ਜੇ ਤੇਰੇ ਕੋਲ ਸਤ, ਸੰਤੋਖ, ਦਇਆ, ਧਰਮ, ਧੀਰਜ ਹੈ, ਫਿਰ ਤੇਰੇ ਤੋਂ ਵੱਡਾ ਅਮੀਰ, ਤੇਰੇ ਤੋਂ ਵੱਡਾ ਧਨਵਾਨ, ਤੇਰੇ ਤੋਂ ਜ਼ਿਆਦਾ ਸੁਖੀ ਕੋਈ ਨਹੀਂ ਹੈ। ਜਿਸਨੂੰ ਬਾਣੀ 'ਚ ਵੀ ਕਿਹਾ, ਰੂਖੋ ਭੋਜਨ ਭੂਮ ਸੈਨ, ਸਖੀ ਪ੍ਰਿਯ ਸੰਗ ਸੁਖ ਬਿਹਾਤ। ਇਸੇ ਲਈ ਸਤਿਗੁਰੂ ਜੀ ਨੇ ਜਦੋਂ ਬਾਣੀ 'ਚ ਕਿਹਾ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਜੇ ਗੁਰੂ ਨਾਲ ਹੈ ਤਾਂ ਫਿਰ ਦੁੱਖ ਹੋ ਹੀ ਨਹੀਂ ਸਕਦਾ। ਫਿਰ ਜਿੱਥੇ ਜਾਈਏ, ਪਾਓ ਜੀਵਨ ਦੇ ਹਰ ਪਲ ਦੇ ਵਿੱਚ, ਹਰ ਸਥਿਤੀ ਦੇ ਵਿੱਚ, ਹਰ ਹਾਲਾਤ ਦੇ ਵਿੱਚ ਜਦੋਂ ਗੁਰੂ ਨਾਲ ਹੈ, ਸੁੱਖ ਹੀ ਸੁੱਖ ਹੈ। ਉਹ ਆਪ ਰਾਖੀ ਕਰਦਾ ਹੈ। ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ। ਉਹ ਰੱਖਿਆ ਕਰਦਾ ਹੈ, ਗੁਰੂ ਰਖਵਾਲਾ ਹੈ, ਪਰ ਰਖਵਾਲਾ ਉਹ ਉਸਦਾ ਹੀ ਹੁੰਦਾ ਹੈ ਜਿਹੜਾ ਉਸਦੀ ਸ਼ਰਨ ਵਿੱਚ ਆਏ, ਜਿਸਨੂੰ ਸਤਿਗੁਰੂ ਜੀ ਕਹਿੰਦੇ ਹਨ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ।
ਪਰ ਜੇ ਉਹਦੀ ਸ਼ਰਨ 'ਚ ਹੀ ਨਹੀਂ ਜਾਵਾਂਗੇ ਫਿਰ ਸੁਖੀ ਵੀ ਨਹੀਂ ਹੋ ਸਕਦੇ। ਜਦੋਂ ਉਸਦੀ ਸ਼ਰਨ ਵਿੱਚ ਚਲੇ ਗਏ ਫਿਰ ਹਰ ਪਲ ਸੁਖੀ ਹੋ ਜਾਵਾਂਗੇ। ਅਖੀਰ 'ਚ ਕਬੀਰ ਸਾਹਿਬ ਜੀ ਨਿਰਣਾ ਦਿੰਦੇ ਹੋਏ ਕਹਿੰਦੇ ਹਨ, ਕਹੋ ਕਬੀਰ ਮੇਰਾ ਮਨ ਮਾਨਿਆ, ਰਾਮ ਪ੍ਰੀਤ ਕੀਓ ਲੈ ਦੇਵ। ਮਾਲਕ ਜੀਓ ਮੇਰਾ ਤਾਂ ਮਨ ਤੁਹਾਡੇ ਤੋਂ ਮੰਨ ਗਿਆ। ਸਾਰਾ ਮਸਲਾ ਹੀ ਮਨ ਦਾ ਹੈ। 52 ਅੱਖਰੀ ਵਿੱਚ ਵੀ ਕਬੀਰ ਸਾਹਿਬ ਜੀ ਨੇ ਜਦ ਮਨ ਦੀ ਗੱਲ ਕੀਤੀ ਤੇ ਕਿਹਾ, ਜਿਸ ਨੂੰ ਇਸ ਭੇਦ ਦਾ ਪਤਾ ਲੱਗ ਜਾਏ ਕਿ ਜੇ ਪ੍ਰਭੂ ਮਨ ਵਿੱਚ ਵਸ ਜਾਏ ਤੇ ਮਨ ਭਟਕਦਾ ਨਹੀਂ ਹੈ। ਮੰਮਾ ਮੂਲ ਕਹਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੈ। ਫਿਰ ਉਸਨੂੰ ਢਿੱਲ ਨਹੀਂ ਪਾਣੀ ਚਾਹੀਦੀ, ਕਿਉਂਕਿ ਇਸ ਨਾਲ ਹੀ ਸੱਚ ਦੀ ਪ੍ਰਾਪਤੀ ਹੋਣੀ ਹੈ। ਮਤ ਕੋਈ ਮਨ ਮਿਲਤਾ ਬਿਲਮਾਵੇ, ਮਗਨ ਭਇਆ ਤੇ ਸੋ ਸੱਚ ਪਾਵੇ। ਕਿਉਂਕਿ ਅਸਲ ਮਨੋਰਥ ਦੀ ਪ੍ਰਾਪਤੀ ਮਨ ਨੂੰ ਕਾਬੂ ਵਿੱਚ ਰੱਖਣ ਨਾਲ ਹੀ ਹੋਣੀ ਹੈ। ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿਧ ਹੋਏ। ਮਨ ਹੀ ਮਨ ਸਿਓ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਏ। ਅੱਗੇ ਤੀਜੇ ਬੰਦ ਵਿੱਚ ਵੀ ਕਿਹਾ, ਆਨੰਦ ਸਰੂਪ ਪ੍ਰਭੂ ਨੂੰ ਮਿਲ ਕੇ ਇਹ ਮਨ ਵੀ ਆਨੰਦ ਸਰੂਪ ਹਰੀ ਵਰਗਾ ਹੀ ਹੋ ਜਾਂਦਾ ਹੈ। ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਚ ਤਤ ਕੋ ਜਿਓ। ਪਰ ਜਦੋਂ ਮਨੁੱਖ ਮਨ ਪੂਰਨ ਖਿੜਾਓ ਵਿੱਚ ਟਿਕਦਾ ਹੈ ਤਾਂ ਫਿਰ ਉਹ ਸਾਰੇ ਜਗਤ ਵਿੱਚ ਵਿਆਪਕ ਪ੍ਰਭੂ ਦੀਆਂ ਹੀ ਗੱਲਾਂ ਕਰਦਾ ਹੈ। ਇਹ ਮਨ ਲੈ ਜੋ ਉਨਮਨ ਰਹੇ, ਤਾਂ 3 ਲੋਕ ਕੀ ਬਾतें ਕਹੇ। ਕਬੀਰ ਜੀ ਨੇ ਉੱਥੇ ਵੀ ਗੱਲ ਕੀਤੀ ਹੈ ਕਿ ਜਦ ਤੱਕ ਮਨ ਨਹੀਂ ਮੰਨੇਗਾ ਤਦ ਤੱਕ ਪਿਆਰ ਨਹੀਂ ਹੋ ਸਕਦਾ। ਇਸ ਨੂੰ ਅਸੀਂ ਦੁਨਿਆਵੀ ਪੱਖ ਤੇ ਵੀ ਦੇਖ ਸਕਦੇ ਹਾਂ। ਜਿਵੇਂ ਜਿੱਥੇ ਪਿਆਰ ਹੁੰਦਾ ਹੈ, ਦੋਨੋਂ ਪੱਖ ਦੇਖ ਸਕਦੇ ਹਾਂ। ਜਿੱਥੇ ਪਿਆਰ ਹੁੰਦਾ ਹੈ ਉੱਥੇ ਮਨ ਮੰਨਿਆ ਹੁੰਦਾ ਹੈ, ਜਾਂ ਜਿੱਥੇ ਮਨ ਮੰਨਿਆ ਹੁੰਦਾ ਹੈ ਉੱਥੇ ਪਿਆਰ ਹੁੰਦਾ ਹੈ। ਜਿਵੇਂ ਹਸਬੈਂਡ ਵਾਈਫ ਦਾ ਰਿਲੇਸ਼ਨ ਵੀ ਹੈ। ਵਾਈਫ ਨੂੰ ਜਾਂ ਹਸਬੈਂਡ ਨੂੰ ਵੇਲੇ ਕੋਲੇ ਜਦੋਂ ਮਰਜ਼ੀ ਕੋਈ ਕੰਮ ਕਹੋ ਤਾਂ ਕੋਈ ਖਿੱਚ ਨਹੀਂ ਹੁੰਦੀ। ਇਸੇ ਤਰ੍ਹਾਂ ਜਦੋਂ ਮਾਂ ਤੇ ਬੱਚੇ ਦੇ ਰਿਲੇਸ਼ਨ ਅਸੀਂ ਦੇਖਦੇ ਹਾਂ ਕਿ ਮਾਂ ਉਸਦੇ ਜੀਵਨ ਦੇ ਵਿੱਚ ਚਾਹੇ ਬੱਚੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਗੱਲ ਆਵੇ, ਚਾਹੇ ਉਸਦੀ ਸਿਹਤ ਠੀਕ ਹੋਵੇ ਜਾਂ ਨਾ ਹੋਵੇ, ਤਾਂ ਵੀ ਉਹ ਬੱਚੇ ਦੀਆਂ ਜੋ ਜ਼ਿੰਮੇਵਾਰੀਆਂ ਨੇ ਉਹ ਪੂਰੀ ਤਰ੍ਹਾਂ ਨਿਭਾਉਂਦੀ ਹੈ। ਜਾਂ ਵੇਲੇ ਕੋਲੇ ਉਹਨੂੰ ਕੋਈ ਡਿਮਾਂਡ ਕਰ ਦੇਵੇ ਬੱਚਾ ਤੇ ਤਾਂ ਵੀ ਉਹ ਖਿੱਚਦੀ ਨਹੀਂ ਹੈ, ਬਲਕਿ ਉਹ ਬੜੇ ਚਾਅ ਦੇ ਨਾਲ ਉਸਦੀ ਡਿਮਾਂਡ ਪੂਰੀ ਕਰਦੀ ਹੈ। ਕਿਉਂ? ਕਿਉਂਕਿ ਉਹਦਾ ਮਨ ਮੰਨ ਗਿਆ ਹੈ। ਇਸੇ ਤਰ੍ਹਾਂ ਹੀ ਜਦੋਂ ਰੱਬ ਜੀ ਪ੍ਰਤੀ ਮਨ ਮੰਨ ਜਾਏਗਾ ਫਿਰ ਉੱਥੇ ਬੱਧਾ ਚੱਟੀ ਨਹੀਂ ਹੈ, ਉੱਥੇ ਪਿਆਰ ਹੈ। 2 ਪੱਖ ਗੁਰੂ ਸਾਹਿਬ ਨੇ ਬਾਣੀ 'ਚ ਦਿੱਤੇ ਹਨ। ਜੇ ਇਹ ਹਨ ਫਿਰ ਪਿਆਰ ਨਹੀਂ ਹੋ ਸਕਦਾ ਹੈ। ਪਹਿਲਾ ਕੀ ਬੱਧਾ ਚੱਟੀ, ਤੇ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ। ਦੂਜਾ ਕਿਹਾ ਜਿੱਥੇ ਲੋਭ ਹੈ ਉੱਥੇ ਵੀ ਪਿਆਰ ਨਹੀਂ ਹੋ ਸਕਦਾ। ਜੇ ਲੋਭ ਦੇ ਅਧੀਨ ਤੂੰ ਪਿਆਰ ਦਿਖਾਉਂਦਾ ਪਿਆ ਹੈ ਫਿਰ ਉਹ ਕੂੜਾ ਨਹੀਂ ਹੈ। ਫਰੀਦਾ ਜਾਂ ਲਭ ਤਾਂ ਨੇਹ ਕਿਆ, ਲਭ ਤਾਂ ਕੂੜਾ ਨੇ। ਇਸੇ ਲਈ ਕਬੀਰ ਸਾਹਿਬ ਜੀ ਵੀ ਕਿਹਾ, ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਿਉਂਕਿ ਮਸਲਾ ਹੀ ਮਨ ਦਾ ਹੈ। ਜਦ ਤੱਕ ਮਨ ਨਹੀਂ ਮੰਨਿਆ, ਮਨ ਦਿੱਤਾ ਨਹੀਂ ਗਿਆ, ਤਦ ਤੱਕ ਪ੍ਰੀਤ ਨਹੀਂ ਹੋ ਸਕਦੀ। ਤਦ ਤੱਕ ਬਨਾਵਟੀ ਪ੍ਰੀਤ ਹੈ, ਤਦ ਤੱਕ ਸਿਰਫ ਉਪਰੀ ਗੱਲਬਾਤ ਹੈ। ਉਹ ਜਿਹੜੀ ਉਪਰੀ ਗੱਲਬਾਤ ਹੁੰਦੀ ਹੈ ਫਿਰ ਉਹ ਥੋੜੀ ਦੇਰ ਹੀ ਰਹਿੰਦੀ ਹੈ। ਜਿੰਨੀ ਦੇਰ ਤੱਕ ਲੋੜ ਹੈ ਉਨੀ ਦੇਰ ਤੱਕ ਆਪਾਂ ਕਰਦੇ ਹਾਂ। ਜਦੋਂ ਲੋੜ ਪੂਰੀ ਹੋ ਗਈ ਫਿਰ ਅਸੀਂ ਛੱਡ ਦਿੰਦੇ ਹਾਂ। ਇਸੇ ਲਈ ਸਤਿਗੁਰ ਪਾਤਸ਼ਾਹ ਨੇ ਕਿਹਾ ਕਿ ਪਿਆਰ ਹੋਣਾ ਚਾਹੀਦਾ ਹੈ। ਮਨ ਦੇਣ ਦੀ ਗੱਲ, ਮਨ ਦੇ ਵਿੱਚ ਪਿਆਰ ਦੀ ਗੱਲ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ।
मेरी प्रीत गोबिंद स्यों जिन कटे, मैं तो मोल महंगी लई जी सटे। जी देना पिया ता लित्ती, मैं कोई दुनियावी मुल तार के नहीं लित्ती है, क्योंकि दुनियावी वस्तां गिव एंड टेक ਹਨ, ਉਹ ਵਪਾਰ ਹੈ। ਜਿੱਥੇ ਪਿਆਰ ਹੁੰਦਾ ਹੈ ਉੱਥੇ ਵਪਾਰ ਨਹੀਂ ਹੁੰਦਾ, ਤੇ ਜਿੱਥੇ ਵਪਾਰ ਹੈ ਉੱਥੇ ਪਿਆਰ ਨਹੀਂ ਹੁੰਦਾ। ਇਹ ਤਾਂ ਅਸੀਂ ਦੁਨਿਆਵੀ ਤੌਰ ਤੇ ਦੇਖਦੇ ਹੀ ਹਾਂ। ਜਦੋਂ ਅਸੀਂ ਕਿਸੇ ਦੁਨਿਆਵੀ ਰਿਸ਼ਤੇ ਵਿੱਚ ਉਸਨੇ ਇਹ ਦਿੱਤਾ ਤੇ ਮੈਂ ਦਿੱਤਾ ਇੰਜ ਦੇਖ ਰਹੇ ਹਾਂ, ਉੱਥੇ ਪਿਆਰ ਨਹੀਂ ਹੈ। ਫਿਰ ਉੱਥੇ ਕਦੀ ਵੀ ਗੜਬੜ ਹੋ ਸਕਦੀ ਹੈ। ਜਦੋਂ ਵੀ ਮੈਂ ਇੰਨਾ ਸ਼ਗਨ ਪਾਇਆ ਸੀ, ਉਹਨਾਂ ਨੇ ਅੱਗੇ ਘੱਟ ਪਾ ਦਿੱਤਾ, ਉੱਥੇ ਤਕਰਾਰ ਆ ਜਾਏਗੀ। ਜਾਂ ਮੈਂ ਇੰਨਾ ਵਰਤਿਆ, ਉਹਨਾਂ ਨੇ ਘੱਟ ਵਰਤ ਲਿਆ। ਕਿਉਂਕਿ ਪਿਆਰ ਕਦੀ ਵੀ ਨਾਪ ਤੋਲ ਦੇ ਵਿੱਚ ਨਹੀਂ ਪੈਂਦਾ। ਪਿਆਰ ਦੇ ਵਿੱਚ ਹਮੇਸ਼ਾ ਦੇਣ ਦੀ ਭਾਵਨਾ ਹੈ, ਸਮਰਪਣ ਦੀ ਭਾਵਨਾ ਹੈ। ਜਦੋਂ ਅਸੀਂ ਤੋਲ ਮੋਲ ਕਰ ਰਹੇ ਹਾਂ ਤੇ ਸਤਿਗੁਰੂ ਜੀ ਤਾਂ ਕਹਿੰਦੇ ਹਨ ਕਿ ਜੇ ਤੂੰ ਰੱਬ ਪ੍ਰਤੀ ਜਾਂ ਗੁਰੂ ਪ੍ਰਤੀ ਤੋਲ ਮੋਲ ਕਰਦਾ ਪਿਆ ਹੈ, ਫਿਰ ਤਾਂ ਤੇਰਾ ਜੀਵਨ ਜਿਹੜਾ ਹੈ ਉਹ ਕਦੀ ਵੀ ਟਿਕਾ ਵਾਲਾ ਨਹੀਂ ਹੋ ਸਕਦਾ। ਸਤਿਗੁਰ ਸੇਤੀ ਗਣਤ ਚ ਰੱਖੈ, ਹਾਲਤ ਪਲਤ ਸਭ ਤਿਸਕਾ ਗਿਆ। ਇਸੇ ਲਈ ਕਬੀਰ ਸਾਹਿਬ ਜੀ ਨੇ ਵੀ ਕਿਹਾ, ਕਹੋ ਕਬੀਰ ਮੇਰਾ ਮਨ ਮਾਨਿਆ, RAM ਪ੍ਰੀਤ ਕਿਉ ਲੈ ਦੇਵ। ਮੈਂ ਤਾਂ ਉਹਦੇ ਨਾਲ ਪਿਆਰ ਪਾ ਲਿਆ, ਕਿਉਂਕਿ ਮੇਰਾ ਉਹਦੇ ਪ੍ਰਤੀ ਮਨ ਮੰਨ ਗਿਆ। ਜਿਸ ਦਿਨ ਸਾਡਾ ਵੀ ਮਨ ਮੰਨ ਜਾਏਗਾ, ਫਿਰ ਜਿਸ ਦਿਨ ਸਾਡਾ ਵੀ ਮਨ ਮੰਨ ਜਾਏਗਾ, ਫਿਰ ਉਹਦੇ ਪਿਆਰ ਦੇ ਵਿੱਚ ਸਾਡਾ ਮਨ ਜਿਹੜਾ ਉਹ ਦੁਨਿਆਵੀ ਪੱਖ ਤੋਂ ਕਦੀ ਵੀ ਡੋਲੇਗਾ ਨਹੀਂ, ਕਦੀ ਵੀ ਡੱਕੇ ਡੋਲੇ ਨਹੀਂ ਖਾਏਗਾ। ਕਿਉਂਕਿ ਇਹ ਡੋਲਣਾ, ਇਹ ਭਟਕਣਾ ਹੈ ਹੀ ਤਾਂ ਕਿਉਂ ਇਹ ਤਾਂ ਹੀ ਹੈ ਕਿਉਂਕਿ ਸਾਡਾ ਮਨ ਨਹੀਂ ਮੰਨਿਆ ਹੋਇਆ। ਹੋਰ ਇਹ ਗੱਲ ਸਾਡੇ ਸਮਾਜਿਕ ਪਰਿਵਾਰਕ ਰਿਸ਼ਤਿਆਂ ਵਿੱਚ ਵੀ ਇਸੇ ਤਰ੍ਹਾਂ ਹੀ ਲੱਗਦੀ ਹੈ ਕਿ ਜਿਸ ਰਿਸ਼ਤੇ ਵਿੱਚ ਸਾਡਾ ਮਨ ਨਹੀਂ ਮੰਨਿਆ ਹੁੰਦਾ, ਉੱਥੇ ਜਿਹੜਾ ਉਹ ਵਾਧਾ ਘਾਟਾ ਸਾਰਾ ਕੁਝ ਵਾਪਰਦਾ ਹੈ। ਪਰ ਜਿੱਥੇ ਮਨ ਮੰਨਿਆ ਹੋਵੇ, ਉੱਥੇ ਕੋਈ ਪੁੱਛੇ ਨਾ ਪੁੱਛੇ, ਬਲਕਿ ਬੰਦਾ ਅੱਗੇ ਹੋ ਕੇ ਉਸ ਰਿਸ਼ਤੇ ਨੂੰ ਨਿਭਾਉਂਦਾ ਹੈ। ਗੁਰੂ ਨਾਲ ਵੀ ਸਾਡਾ ਰਿਸ਼ਤਾ ਇਸੇ ਤਰ੍ਹਾਂ ਦਾ ਹੀ ਬਣਿਆ ਰਵੇ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਦੀ ਜਾਚਕ ਹਾਂ, ਇੰਨੀ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।